Hey students, welcome or welcome back to my channel. So आज ਅਸੀਂ ਕਰਨ ਜਾ ਰਹੇ ਹਾਂ ਪੋਲੀਟੀਕਲ ਸਾਇੰਸ ਦਾ ਪਹਿਲਾ ਚੈਪਟਰ ਕੰਪੈਰੀਟਿਵ ਪੋਲਿਟਿਕਸ. So now I'm going to start the series of political science class 12th PSCB. So stay tuned, strategy video ਵੀ ਆਏਗੀ, each and every ਤੁਹਾਨੂੰ ਆਏਗੀ. ਸਤੰਬਰ ਟਰਮ ਦਾ ਜਿਹੜਾ ਪੇਪਰ ਹੁੰਦਾ ਹੈ ਉਹਦੀ ਪਲੱਸ ਉਹਦੀ ਰਿਵੀਜ਼ਨ ਵੀ ਹੋਏਗੀ ਇਸ ਚੈਨਲ ਤੇ. ਸੋ ਡੂ ਸਬਸਕ੍ਰਾਈਬ ਇਟ. ਸੋ ਲੈਟਸ ਗੈਟ ਸਟਾਰਟਡ. ਕੰਪੈਰੀਟਿਵ ਪੋਲਿਟਿਕਸ. ਹੁਣ ਚੈਪਟਰ ਕਰਨ ਤੋਂ ਪਹਿਲਾਂ ਤੁਹਾਨੂੰ ਚੈਪਟਰ ਦੇ ਬਾਰੇ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ. ਬੇਸਿਕ ਨੌਲੇਜ ਮੀਨਸ ਕਿ ਜਦੋਂ ਤੁਸੀਂ ਕੁਐਸਚਨ ਅਟੈਂਪਟ ਕਰਨਾ ਹੈ ਨਾ ਕਿਸੇ ਵੀ ਚੈਪਟਰ ਦਾ, ਸਪੈਸ਼ਲੀ ਲੌਂਗ ਵਿੱਚ, ਮੈਂ ਪ੍ਰੀਵੀਅਸ ਵੀਡੀਓ ਵਿੱਚ ਵੀ ਕਿਹਾ ਸੀ ਕਿ ਇੰਟਰੋਡਕਸ਼ਨ ਇਜ਼ ਮੈਂਡੇਟਰੀ. ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਮੈਟਰ ਕਰਦੀ ਹੈ ਕਿ ਤੁਸੀਂ ਆਪਣਾ ਵਿਊ ਜਿਹੜਾ ਵਾ ਉਸ ਕੁਐਸਚਨ ਰਿਗਾਰਡਿੰਗ ਆਪਣੇ ਪੁਆਇੰਟਸ ਕਿਵੇਂ ਰਿਪਰੈਜ਼ੈਂਟ ਕਰਦੇ ਹੋ. ਠੀਕ ਹੈ. ਸੋ ਇਫ ਯੂ ਵਾਂਟ ਟੂ ਏਸ ਮੋਰ ਐਂਡ ਮੋਰ ਨੰਬਰਸ ਔਰ ਸਿੰਪਲ ਵਰਡਸ ਮੈਰਿਟ ਲੈਣਾ ਚਾਹੁੰਦੇ ਹੋ, ਸੋ ਦੈਟਸ ਮਚ ਇੰਪੋਰਟੈਂਟ. ਠੀਕ ਹੈ. ਸੋ ਮੈਂ ਜਿਹੜਾ ਆਪਣਾ ਪੇਪਰ ਅਟੈਂਪਟ ਕੀਤਾ, ਆਈ ਗੋਟ 98 ਇਨ ਮਾਈ ਪੋਲੀਟੀਕਲ ਸਾਇੰਸ. ਹਾਊ ਆਈ ਹੈਵ ਅਟੈਂਪਟਡ ਮਾਈ ਪੇਪਰ ਕਿ ਮੇਰੀ ਸਟਾਰਟਿੰਗ ਜਿਹੜਾ ਵੀ ਲੌਂਗ ਕੁਐਸਚਨ ਹੁੰਦਾ, ਈਵਨ ਸ਼ਾਰਟ ਵੀ ਜਿਹੜੇ ਹੁੰਦੇ ਸੀ, ਉਹਨਾਂ ਦੇ ਵਿੱਚ ਇੱਕ ਇੰਟਰੋਡਕਸ਼ਨ ਹੁੰਦੀ ਸੀ ਕਿ what my question is about. if I am writing about comparative politics, so ਮੈਂ ਉਹਨੂੰ ਸਟਾਰਟਿੰਗ 'ਚ ਐਕਸਪਲੇਨ ਕਰੂੰਗੀ ਕਿ ਕੰਪੈਰੀਟਿਵ ਪੋਲੀਟਿਕਸ ਹੈ ਕੀ ਹੈ. ਦੈਨ ਅਗਰ ਮੈਨੂੰ ਕੁਐਸਚਨ ਨੇ ਪੁੱਛਿਆ ਵਾ ਕਿ ਤੁਸੀਂ ਇਹਦੇ ਸਕੋਪ ਦੱਸੋ, ਇਹਦਾ ਨੇਚਰ ਦੱਸੋ, ਦੈਨ ਮੈਂ ਉਹਨੂੰ ਐਕਸਪਲੇਨ ਕਰੂੰਗੀ. ਸੋ ਇਹ ਸਟ੍ਰੈਟਜੀ ਜਿਹੜੀ ਹੈ ਤੁਹਾਨੂੰ ਹਰ ਇੱਕ ਚੈਪਟਰ 'ਚ ਹੈਲਪਫੁਲ ਹੈ. ਇਧਰ ਉਹ ਪੋਲੀਟੀਕਲ ਸੋਸ਼ਲਾਈਜੇਸ਼ਨ ਵਾਲਾ ਚੈਪਟਰ ਹੈ, ਉਹਦੇ ਵਿੱਚ ਵੀ ਹੈਲਪਫੁਲ ਹੈ. UN ਵਾਲਾ ਆਪਾਂ ਪ੍ਰੀਵੀਅਸ ਚੈਪਟਰ ਕੀਤਾ, ਉਹਦੇ ਵਿੱਚ ਵੀ ਹੈਲਪਫੁਲ ਹੈ. ਸੋ ਮਾਰਕ ਮਾਈ ਵਰਡਸ, ਇਹ ਚੀਜ਼ ਨੂੰ ਤੁਸੀਂ ਹਰ ਚੈਪਟਰ ਦੀ ਪੜ੍ਹਨ ਤੋਂ ਪਹਿਲਾਂ ਤੁਸੀਂ ਉਹਦੀ ਹੈਡਿੰਗ ਨੂੰ ਪੜ੍ਹਨਾ ਹੈ ਕਿ ਉਹ ਚੈਪਟਰ ਵਿੱਚ ਹੈ ਕੀ. ਹੁਣ ਆਪਾਂ ਇਸ ਚੈਪਟਰ ਦੀ ਹੈਡਿੰਗ ਪੜ੍ਹਦੇ ਕੰਪੈਰੀਟਿਵ ਪੋਲੀਟਿਕਸ. ਜੇ ਆਪਾਂ ਇਹਨੂੰ ਬ੍ਰੇਕ ਡਾਊਨ ਕਰੀਏ, ਕੰਪੈਰੀਟਿਵ ਮੀਨਸ ਤੁਲਨਾਤਮਕ, ਪੋਲੀਟਿਕਸ ਮੀਨਸ ਰਾਜਨੀਤੀ, ਤੁਲਨਾਤਮਕ ਰਾਜਨੀਤੀ. ਹੁਣ ਤੁਲਨਾਤਮਕ ਰਾਜਨੀਤੀ ਕੀ ਹੈ? ਸਿੰਪਲ ਵਰਡਸ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਇੱਥੇ ਤੁਲਨਾ ਕਰਦੇ ਪਏ ਹਾਂ ਰਾਜਨੀਤੀ ਦੀ. ਕਿਹੜੀ ਰਾਜਨੀਤੀ ਦੀ? ਡਿਫਰੈਂਟ ਨੇਸ਼ਨਸ ਦੀ, ਡਿਫਰੈਂਟ ਸਟੇਟਸ ਦੀ, ਡਿਫਰੈਂਟ ਕੰਟਰੀਜ਼ ਦੀ ਰਾਜਨੀਤੀ ਨੂੰ ਆਪਾਂ ਕੰਪੇਅਰ ਕਰਦੇ ਪਏ ਹਾਂ. ਠੀਕ ਹੈ. ਸਿੰਪਲ ਵਰਡਸ ਵਿੱਚ ਮੀਨਿੰਗ. ਹੁਣ ਆ ਜਾਓ ਅਸੀਂ ਲੈਂਗੁਏਜ ਵਿੱਚ ਦੇਖੀਏ ਕੰਪੈਰੀਟਿਵ ਪੋਲੀਟਿਕਸ. ਸੋ ਕੰਪੈਰੀਟਿਵ ਪੋਲੀਟਿਕਸ ਰਿਜ਼ਲਟ ਆ 20th ਸੈਂਚੁਰੀ ਵਿੱਚ ਜਿਹੜੀ ਬਿਹੇਵੀਅਰ ਰੈਵੋਲਿਊਸ਼ਨ ਹੋਈ ਸੀ. ਠੀਕ ਹੈ. ਇਹਦੇ ਜਦੋਂ ਤੁਸੀਂ ਮੀਨਿੰਗ ਵਾਲਾ ਪੈਰੇ 'ਤੇ ਆਓਗੇ ਉਦੋਂ ਵੀ ਇਹੀ ਲਿਖਿਆ ਹੋਇਆ ਹੈ. ਠੀਕ ਹੈ. ਇਹ ਹੁਣ ਇਸ ਦੇ ਵਿੱਚ ਅਸੀਂ ਪੜ੍ਹਨਾ ਕੀ ਹੈ? ਕੰਪੈਰੀਟਿਵ ਪੋਲੀਟਿਕਸ ਜਿਹੜੇ ਉਹਦੇ ਸਪੋਰਟਰਸ ਆ ਉਹਨਾਂ ਦੇ ਅਕੋਰਡਿੰਗ ਕੀ ਹੈ? ਉਹਨਾਂ ਦੇ ਸਪੋਰਟਰਸ ਦੇ ਅਕੋਰਡਿੰਗ ਇਹ ਆ ਕਿ ਆਪਾਂ ਸਿਰਫ ਸਟਰਕਚਰ ਅਤੇ ਫੰਕਸ਼ਨ ਨਹੀਂ ਪੜ੍ਹਨੇ ਪੋਲੀਟੀਕਲ ਇੰਸਟੀਟਿਊਸ਼ਨ ਦੇ. ਇਸ ਤੋਂ ਇਲਾਵਾ ਅਸੀਂ ਜਿਹੜੇ ਉਹਦੇ ਫਾਰਮਲ ਅਤੇ ਇਨਫਾਰਮਲ ਸਟਰਕਚਰਸ ਆ, ਜਾਣੀ ਕਿ ਜਿਹੜੀ ਚੀਜ਼ਾਂ ਇਨਫਲੂਐਂਸ ਕਰਦੀ ਪਈ ਹੈ. ਸੋ ਬੀਇੰਗ ਅ ਪੋਲੀਟੀਕਲ ਸਾਇੰਸ ਸਟੂਡੈਂਟ ਤੁਹਾਨੂੰ ਪਤਾ ਹੈ ਕਿ ਤਾਂ ਹੀ ਐਗਜ਼ਾਮਪਲ ਦੇਣੀਆਂ ਨੇ. ਠੀਕ ਹੈ. ਰਾਈਟ ਨਾਓ ਯੂ ਡੋਂਟ ਨੀਡ ਟੂ ਰਾਈਟ ਦ ਐਗਜ਼ਾਮਪਲਸ ਇਨ ਯੋਰ ਐਗਜ਼ਾਮਸ ਐਂਡ ਬਿਕੋਜ਼ ਉੱਥੇ ਉਹ ਡਿਮਾਂਡ ਨਹੀਂ ਕਰਦੇ ਪਏ ਨੇ. ਇਫ ਯੂ ਟੇਕ ਫਰਦਰ ਇਨ ਗ੍ਰੈਜੂਏਸ਼ਨ ਦੈਨ ਯੂ ਨੋ ਕਿ ਹਰ ਇੱਕ ਚੀਜ਼ ਦੇ ਵਿੱਚ ਜੋ ਤੁਸੀਂ ਤਰਕ ਐਡ ਕਰਦੇ ਹੋ ਨਾ, ਪੋਲੀਟਿਕਸ ਐਵੀਡੈਂਸ ਮੰਗਦਾ ਕਹਿ ਲਓ, ਜਾਂ ਫਿਰ ਕਹਿ ਲਓ ਕਿ ਤਰਕ ਮੰਗਦਾ ਕਿ ਕਿਵੇਂ ਤੁਸੀਂ ਆਪਣੀ ਗੱਲ ਨੂੰ ਕਿਵੇਂ ਅੱਗੇ ਰੱਖ ਰਹੇ ਹੋ, ਕੀ ਤੁਹਾਡੇ ਕੋਲ ਕੀ ਐਵੀਡੈਂਸ ਆ, ਕੀ ਪ੍ਰੂਫ ਆ, ਹਾਊ ਆਰ ਯੂ ਐਕਸਪਲੇਨਿੰਗ ਯੋਰ ਵਰਡਸ, ਤੁਹਾਡਾ ਪੁਆਇੰਟ ਕਿਵੇਂ ਰੱਖ ਰਹੇ ਹੋ ਤੁਸੀਂ. ਠੀਕ ਹੈ. ਇਹ ਮੈਟਰ ਕਰਦਾ ਹੈ. ਸੋ ਹੁਣ ਜਿਹੜੇ ਉਹਦੇ ਸਪੋਰਟਰਸ ਆ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਫਾਰਮਲ ਅਤੇ ਇਨਫਾਰਮਲ ਸਟਰਕਚਰਸ ਆ ਇਨਫਲੂਐਂਸ ਕਰਦੇ ਆ ਕੰਪੈਰੀਟਿਵ ਪੋਲਿਟਿਕਸ, ਅਸੀਂ ਉਹ ਪੜ੍ਹਨੇ ਆ. ਪੜ੍ਹਨ ਦਾ ਫਾਇਦਾ ਕੀ ਹੈ? ਦੇਖੋ ਰਾਈਟ ਨਾਓ ਲੈਟਸ ਟੇਕ ਐਗਜ਼ਾਮਪਲ. ਜਿੱਦਾਂ ਇੱਕ ਕਾਸਟ ਬੇਸ ਸੁਸਾਇਟੀ ਹੈ, ਇੱਕ ਕਾਸਟ ਬੇਸ ਨਹੀਂ ਹੈ. ਹੁਣ ਇਹਦੇ ਵਿੱਚ ਅਸੀਂ ਕਿਸੇ ਵੀ ਰਿਪਰੈਜ਼ੈਂਟੇਟਿਵ ਨੂੰ ਭੇਜ ਦਈਏ. ਠੀਕ ਹੈ. 3-4 ਰਿਪਰੈਜ਼ੈਂਟੇਟਿਵ ਹੋਣ, ਡਿਫਰੈਂਟ ਕਾਸਟ ਤੋਂ ਹੋਣ. ਠੀਕ ਹੈ. ਉਹ ਸੇਮ ਪਰਸਨ ਜਿਹੜੇ ਨੇ ਉਹ ਇੱਕ ਕਾਸਟ ਵਾਲੀ ਸੁਸਾਇਟੀ 'ਚ ਜਾਣ ਕੇ ਇੱਕ ਕਾਸਟ ਜਿਹੜੀ ਕਾਸਟ ਵਾਲੀ ਨਹੀਂ ਹੈ. ਹੁਣ ਜਿਹੜੀ ਕਾਸਟ ਬੇਸਡ ਆ ਉਹਦੇ ਵਿੱਚ ਕਿਹਨੂੰ ਵੋਟਿੰਗ ਹੋਊਗੀ? ਓਬਵੀਅਸਲੀ ਜਿਹੜੀ ਉੱਥੋਂ ਦੀ ਕਮਿਊਨਿਟੀ ਮੈਜੋਰਿਟੀ 'ਚ ਆ ਉੱਥੋਂ ਉਸ ਪਰਸਨ ਨੂੰ ਹੋਊਗੀ. ਬਟ ਜਿਹੜੀ ਕਾਸਟ ਬੇਸ ਨਹੀਂ ਆ ਉੱਥੇ ਵੈਰੀ ਕਰ ਜੂਗੀ. ਸੋ ਰਿਲੀਜਨ ਨੇ ਇੰਪੈਕਟ ਕੀਤਾ, ਕਮਿਊਨਿਟੀ ਨੇ ਇੰਪੈਕਟ ਕੀਤਾ. ਠੀਕ ਹੈ. ਪੋਲੀਟਿਕਸ ਫਾਰਮੇਸ਼ਨ 'ਚ ਇੰਪੈਕਟ ਹੋਇਆ, ਦੇਸ਼ ਦੀ ਰਾਜਨੀਤੀ 'ਤੇ ਇੰਪੈਕਟ ਹੋਇਆ. ਸੋ ਇਨ ਦਿਸ ਵੇ ਵੀ ਆਰ ਗੋਇੰਗ ਟੂ ਨੋ ਕਿ ਕਿਵੇਂ ਡਿਫਰੈਂਟ ਇੰਸਟੀਟਿਊਸ਼ਨਸ ਕਹਿ ਸਕਦੇ ਹਾਂ ਆਪਾਂ, ਜਾਂ ਡਿਫਰੈਂਟ
ਫਾਰਮਲ ਤੇ ਇਨਫਾਰਮਲ ਚੀਜ਼ਾਂ ਨੇ, ਫੈਕਟਰਸ ਨੇ ਜੋ ਇਨਫਲੂਐਂਸ ਕਰਦੀ ਨੇ ਗੌਰਮੈਂਟ ਨੂੰ। ਸੇਮ ਇੱਥੇ ਲਿਖਿਆ ਹੋਇਆ ਜੇ ਹੇਅਰ, ਯੈਸ, ਦ ਕੰਪੈਰੇਟਿਵ ਪੋਲੀਟਿਕਸ, ਇਹ ਵਾਲੀ ਲਾਈਨ ਪੜ੍ਹੋ, ਠੀਕ ਹੈ। ਇਹ ਕੰਸਰਨ ਕਰਦੀ ਹੈ ਕਾਸਟ ਗਰੁੱਪਸ ਨਾਲ, ਟਰਾਈਬਸ ਨਾਲ, ਰਿਲੀਜੀਅਸ ਗਰੁੱਪਸ ਨਾਲ, ਤੇ ਇਹਦਾ ਇਨਫਲੂਐਂਸ ਪੋਲੀਟਿਕਸ 'ਤੇ। ਹੁਣ ਨੈਕਸਟ ਆ ਜਾਓ ਇਹਦੇ ਸਪੋਰਟਰਸ, ਦ ਆਲ ਨੇਮਸ ਗਿਵਨ ਬਿਲੋ ਆਰ ਦ ਸਪੋਰਟਰਸ, ਠੀਕ ਹੈ। ਸੋ ਕੰਪੈਰੇਟਿਵ ਪੋਲੀਟਿਕਸ ਤੇ ਗਵਰਨਮੈਂਟ ਦੇ ਵਿੱਚ ਹੁਣ ਆ ਜਾਓ। ਕੰਪੈਰੇਟਿਵ ਸਾਨੂੰ ਪਤਾ ਲੱਗ ਗਿਆ, ਕੰਪੈਰੇਟਿਵ ਮੀਨਸ ਤੁਲਨਾਤਮਕ, ਗੌਰਮੈਂਟ ਸਰਕਾਰ, ਤੁਲਨਾਤਮਕ ਸਰਕਾਰ ਕਹਿ ਲਓ, ਠੀਕ ਹੈ। ਹੁਣ ਪੋਲੀਟਿਕਸ ਤੇ ਆਪਾਂ ਸਮਝ ਲਿਆ ਕਿ ਆਪਾਂ ਰਾਜਨੀਤੀ ਤੇ ਵੇਖ ਰਹੇ ਪਏ ਹਾਂ, ਪਰ ਗੌਰਮੈਂਟ ਨੂੰ ਆਪਾਂ ਕਿਵੇਂ ਦੇਖਾਂਗੇ। ਹੁਣ ਦੇਖੋ, ਇੱਕ ਦੇਸ਼ ਦੀ ਗੌਰਮੈਂਟ ਡੈਮੋਕ੍ਰੇਸੀ 'ਤੇ ਹੈ, ਇੱਕ ਦੇਸ਼ ਦੀ ਗੌਰਮੈਂਟ ਡਿਕਟੇਟਰਸ਼ਿਪ 'ਤੇ ਹੈ। ਹੁਣ ਤੁਸੀਂ ਤੁਲਨਾ ਕੀਤੀ, ਤੁਹਾਨੂੰ ਫੈਕਟਰਸ ਮਿਲੇ, ਤੁਹਾਨੂੰ डिफरेंट फंक्शंस मिले कि डिक्टेटरशिप वाली किवें चल रही है या डेमोक्रेसी वाली। सो इन शॉर्ट आप डिफरेंट फॉर्म्स ऑफ गवर्नमेंट, ऑर्गनस ऑफ गवर्नमेंट तो उन्होंने कंपोजिशन ते फंक्शंस नू कंपेयर किया। सेम हुई इत्थे लिखा होया द कंपैरेटिव गवर्नमेंट इंक्लूड डिफरेंट फॉर्म्स ऑफ गवर्नमेंट, देयर कंपोजिशन एंड देयर फंक्शंस, ठीक है। सो हुण एडवर्ड फ्रीमैन की आंदे ने कि कंपैरेटिव गवर्नमेंट तो उन्होंने मतलब है कि जेडे डिफरेंट कंपैरेटिव स्टडी मतलब तुलनात्मक स्टडी, ठीक है, वो करनी क्या दी पॉलिटिकल इंस्टीट्यूशन ते फॉर्म्स ऑफ गवर्नमेंट की। हुण इसमें सेम एक्सप्लेन करते हुए सेम चीज़ जीन ब्लॉन्डन ने लिखी आ कि आप कंपैरेटिव गवर्नमेंट के थ्रू देख रहे हैं कि नैशनल गवर्नमेंट के पैटर्नस किवें चेंज होए। पैटर्नस तो इत्थे की मतलब है, देखो पहला एक सरकार आई, फिर दूजी आई, फिर उस तो बाद होर कोई आ गई। सो गवर्नमेंट का पैटर्न चेंज होंदा रहा, ठीक है। उहदे नाल इन्फ्लुएंस होया, कंट्री ते इन्फ्लुएंस होया, नेशन ते इन्फ्लुएंस होया, दैट इज स्टडी ऑफ पैटर्न ऑफ नेशनल गवर्नमेंट्स, ठीक है। सो हुण इत्थे लिखिया होया, लैट मी एक्सप्लेन, इस डेफिनेशन के आधार पर, ठीक है, स्टडी ऑफ कंपैरेटिव गवर्नमेंट इंक्लूड कंपैरेटिव स्टडी ऑफ डिफरेंट फॉर्म्स ऑफ गवर्नमेंट। वो चीज़ असीं पढ़ लीए कि इस ही डिफरेंट गवर्नमेंट्स ऑफ डिफरेंट फॉर्म्स ऑफ गवर्नमेंट्स पढ़ने हैं, ठीक है। हुण पॉलिटिक्स की है, ये असी ऑर्गेनाइजेशन तो पढ़नी है, बट असी ये भी देखना है कि किहड़े फैक्टर्स किवें गवर्नमेंट की वर्किंग नू इन्फ्लुएंस कर रहे हैं। सो तुहाडा बेसिक हो गया। नाउ यू नो कि कंपैरेटिव पॉलिटिक्स की अंतर है, कंपैरेटिव गवर्नमेंट्स की अंतर है, ठीक है। सो हुण ये लाइन दे विच देखो, मोस्ट पीपल डोंट मेक एनी डिफरेंस, बट नाउ यू आर कैपेबल ऑफ मेकिंग डिफरेंस कि कंपैरेटिव गवर्नमेंट की है, कंपैरेटिव पॉलिटिक्स की, ठीक है। सो मीनिंग आ जाओ, मीनिंग च सेम गल आ गई जिवें मैं तुहानूं कहा कि रिजल्ट ऑफ बिहेवियर रेवोल्यूशन आ, ठीक है। सो इत्थों तुसीं कोई भी लाइन यूज़ कर लो फॉर योर स्टार्टिंग इफ़ यू वांट, अदरवाइज जो मैं पिछे समझाया वो लिख लो, दैट इज़ ऑल्सो गुड। सो एडवर्ड फ्रीमैन की आप डेफिनेशन पढ़ ली, जीन ब्लॉन्डन की भी पढ़ ली। हुण जियोफ्री के रॉबर्ट्स, इन्हों ने भी सेम ही गल की है कि कंपैरेटिव पॉलिटिक्स जी है सिर्फ स्टडी ऑफ स्टेट नाल नहीं ही कंसर्न रखती, ठीक है। ये इनकलूड्स इट्स फील्ड जिहदे डिफरेंट वाइडर मतलब बहुत सारे पॉलिटिकल स्ट्रक्चर्स, फंक्शंस, वैल्यूज़ सब कुछ नूं पढ़ती है, ठीक है। जिवें पॉलिटिकल सोशलाइजेशन वर्ड है, हुण ये तुहानूं चैप्टर है, हुण इस चैप्टर नूं आई होप तुसीं पढ़िया होया है कि समाजीकरण किवें हुंदा है। हुण एक सोसाइटी दे विच रह के भी तुहाडे राजनीतिक ख्याल चेंज हुंदे ने, सो वो भी बहुत ज़्यादा इन्फ्लुएंस करते। इस चैप्टर के उत्ते असीं अगे पढ़ांगे, इफ आई एक्सप्लेन इट ओवर हेयर तो ही कन्फ्यूज़ हो जाना। सो नैक्सट देखो डिसीजन मेकिंग। हुण डिसीजन मेकिंग की जो मैं रीसेंट एग्जाम्पल लवां, लाइक कि प्रोटेस्ट हो रहा है इंडिया, ठीक है, ऑफ स्टूडेंट्स। हुण इहदे विच उन्होंने गौरमेंट की डिसीजन मेकिंग नूं क्वेश्चन किया है, ठीक है। सो गौरमेंट की एक डिसीजन लाइक क्रिएटिंग लॉज फॉर पेपर लीकर्स, ठीक है, उन्होंने लॉज क्रिएट करते उन्होंने। हुण वो डिसीजन मेकिंग ना पीपल हैप्पी ने, लोग हैप्पी हो गए, ठीक है। ये नाल साडी राजनीति ते असर होया। सो डिसीजन मेकिंग भी इफेक्ट करती है। आई एम टेकिंग एग्जाम्पल सो दैट तुहानूं रिमैंबर हो जाए कि गल कदी हो रही है, ठीक है। तुहानूं वैन यू आर अटैम्पटिंग द क्वेश्चन तुहानूं याद आ जाए कि इस पॉइंट असीं गल कीती सी।
ਇਹਦੇ ਵਿੱਚ ਤੁਸੀਂ 3-4 ਅਕੋਰਡਿੰਗ ਟੂ ਮੀ ਤੁਸੀਂ ਕਰਨੀ ਹੈ, ਠੀਕ ਹੈ। ਵੈਸੇ ਤਾਂ ਮੈਂ ਇਸ 'ਤੇ ਕੁਐਸਚਨ ਹਜੇ ਤੱਕ ਨਹੀਂ ਜੇ ਦੇਖਿਆ। ਇਫ ਆਈ ਸੀ ਐਨੀ ਕੁਐਸਚਨ ਇਨ ਪਾਸ ਪੇਪਰਸ ਦੈਨ ਡੈਫੀਨੇਟਲੀ ਮੈਂ ਤੁਹਾਨੂੰ ਇਹਦੇ ਉੱਤੇ ਪ੍ਰੋਪਰ ਦੱਸ ਦੂੰਗੀ ਕਿਵੇਂ ਕਰਨਾ ਹੈ। ਸੋ ਕਨਕਲੂਜਨ ਤੁਸੀਂ ਲਿਖਣਾ ਹੈ, ਕਨਕਲੂਜਨ ਸੇਮ ਹੀ ਲਿਖ ਦਿਓ ਕਿ ਉੱਪਰ ਅਸੀਂ ਜਿਹੜੀ ਡੈਫੀਨੇਸ਼ਨਸ ਦੇਖੇ ਆ ਉਹ ਤੋਂ ਅਸੀਂ ਇਹ ਕਨਕਲੂਜਨ 'ਤੇ ਲੈਂਦੇ ਹਾਂ ਕਿ ਪੋਲੀਟਿਕਸ ਸਿਰਫ ਗੌਰਮੈਂਟ ਨਾਲ ਕੰਸਰਨ ਨਹੀਂ ਰੱਖਦਾ, ਪੋਲੀਟਿਕਸ ਦੇ ਵਿੱਚ ਅਸੀਂ ਡਿਫਰੈਂਟ ਇਨਫੋਰਮਲ ਅਤੇ ਫਾਰਮਲ ਇੰਸਟੀਟਿਊਸ਼ਨ ਦੀ ਇਨਫਲੂਐਂਸ ਵੀ ਦੇਖਣਾ ਹੈ। ਬਸ ਇੰਨਾ ਵੱਡਾ ਇਹ ਘੁਮਾ ਕੇ ਲਿਖਣ ਦੀ ਜ਼ਰੂਰਤ ਨਹੀਂ। ਆਈ ਨੋ ਇੱਥੇ ਤੁਸੀਂ ਕਨਫਿਊਜ਼ ਹੋ ਜਾਣਾ। ਸੋ ਕਰੈਕਟਰਿਸਟਿਕਸ 'ਤੇ ਆ ਜਾਓ। ਹੁਣ ਪਹਿਲਾ ਐਨਾਲਿਟੀਕਲ ਐਂਡ ਇੰਪੈਰੀਕਲ ਇਨਵੈਸਟੀਗੇਸ਼ਨ। ਹੁਣ ਇਹਨੂੰ ਮੈਂ ਤੁਹਾਨੂੰ ਈਜ਼ੀਲੀ ਐਕਸਪਲੇਨ ਕਰਾਂ। ਸੋ ਕੰਪੈਰੇਟਿਵ ਪੋਲੀਟਿਕਸ ਨੂੰ ਆਪਾਂ ਥਰੈਟੀਕਲੀ ਨਹੀਂ ਦੇਖਣਾ। ਥਰੈਟੀਕਲੀ ਮਤਲਬ ਕਿ ਅਸੀਂ ਉਹ ਸਿਰਫ ਸਟੱਡੀ ਆਫ ਗਵਰਨਮੈਂਟਸ ਪੋਲੀਟੀਕਲ ਸਿਸਟਮ ਨਹੀਂ, ਆਪਾਂ ਇੱਥੇ ਥਿਊਰੀ ਨਹੀਂ ਵੇਖਣੀ, ਠੀਕ ਹੈ, ਬੁੱਕਸ ਦੇ ਥਰੂ ਨਹੀਂ ਵੇਖਣਾ, ਜਾਂ ਫਿਰ ਜੋ ਕੌਨਸਟੀਟਿਊਸ਼ਨ ਅਸੀਂ ਉਹਨੂੰ ਗਰਾਊਂਡ ਲੈਵਲ 'ਤੇ ਕਹਿ ਲਓ, ਜਾਂ ਉਹਨੂੰ ਪ੍ਰੋਪਰ ਐਨਾਲਾਈਜ਼ ਕਰਨਾ ਕਿ ਕਿਵੇਂ ਵਰਕਿੰਗ ਹੋ ਰਹੀ ਹੈ ਗੌਰਮੈਂਟ ਅਤੇ ਪੋਲੀਟਿਕਸ ਦੇ ਵਿੱਚ, ਠੀਕ ਹੈ। ਦਿਸ ਹੈਜ਼ ਬਰੋਟ sophistication, reality and comprehensiveness in the study of comparative politics। देखो reality आ गई, comprehensiveness, ठीक है। स्टडी ऑफ गवर्नमेंट कंपैरेटिव पॉलिटिक्स मतलब कि तुहानूं इत्थे प्रॉपर पता लग रहा है कि देखो जनरली वी हैव बीन स्टडी दैट डेमोक्रेसी इज़ द गवर्नमेंट ऑफ पीपल, बट प्रेजेंट डे जे कंपैरेटिव पॉलिटिक्स इन्वेस्टिगेट कर रही है वट परसेंटेज ऑफ वोटर एक्सैस राइट देयर राइट टू वोट। ਹੁਣ देखो ਉਹੀ ਗੱਲ ਆ ਕਿ ਗਰਾਊਂਡ ਲੈਵਲ 'ਤੇ ਜੇ ਅਸੀਂ ਇਨਵੈਸਟੀਗੇਟ ਕਰੀਏ ਤਾਂ ਸਾਨੂੰ ਰਿਐਲਿਟੀ ਪਤਾ ਲੱਗਦੀ ਹੈ ਕਿ ਡੈਮੋਕ੍ਰੇਸੀ ਕਹਿਣਾ ਹੈ, ਪਰ ਡੈਮੋਕ੍ਰੇਸੀ ਕਿੰਨੀ ਕੁ ਇੰਪਲੀਮੈਂਟ ਹੋ ਰਹੀ ਹੈ ਉਹ ਸਾਨੂੰ ਉਸ ਦੇ ਫੈਕਟਰਸ, ਉਸ ਦੇ ਫਾਰਮਲ ਸਟਰਕਚਰਸ, ਇਨਫਾਰਮਲ ਸਟਰਕਚਰਸ, ਫੈਕਟਰਸ ਹੀ ਦੱਸਣਗੇ, ਠੀਕ ਹੈ। ਸੋ ਦੈਟਸ ਵਾਈ ਐਨਾਲਿਟੀਕਲ ਅਤੇ ਇੰਪੈਰੀਕਲ ਇਨਵੈਸਟੀਗੇਸ਼ਨ ਇੱਕ ਬਹੁਤ ਮੇਨ ਕਰੈਕਟਰਿਸਟਿਕਸ ਆ ਕੰਪੈਰੇਟਿਵ ਪੋਲੀਟਿਕਸ ਦੀ। ਸੋ ਨੈਕਸਟ ਸਟੱਡੀ ਆਫ ਇਨਫਰਾਸਟਰਕਚਰ, ਠੀਕ ਹੈ। ਇਨਫਰਾਸਟਰਕਚਰਸ ਦੇ ਵਿੱਚ ਅਸੀਂ ਕਹਾਂਗੇ ਜਿਵੇਂ ਉਹਦੇ ਵਿੱਚ ਆ ਦੇਖੋ ਰੇਸ ਆ ਗਿਆ। ਰੇਸ ਮੀਨਸ ਕਲਰ, ਕ੍ਰੀਡ ਆਪਾਂ ਜਿਹਨੂੰ ਕਹਿੰਦੇ ਹਾਂ, ਰਿਲੀਜਨ, ਲੈਂਗੁਏਜ, ਪੋਲੀਟੀਕਲ ਪਾਰਟੀਜ਼, ਪ੍ਰੈਸ਼ਰ, ਇੰਟਰਸਟ ਗਰੁੱਪਸ, ਠੀਕ ਹੈ। ਇਹਨਾਂ ਦਾ ਇੰਪੈਕਟ ਕੀ ਹੈ ਗੌਰਮੈਂਟ ਪੋਲੀਟਿਕਸ ਦੇ ਉੱਤੇ, ਠੀਕ ਹੈ। ਇਹ ਚੀਜ਼ਾਂ ਆ ਗਈਆਂ। ਫਿਰ ਸਟੱਡੀ ਆਫ ਡਿਵੈਲਪਿੰਗ ਸੁਸਾਇਟੀਜ਼। ਹੁਣ ਸੁਸਾਇਟੀਜ਼ ਦੇਖੋ ਜਿਹੜੀਆਂ ਬੈਕਵਰਡ ਸੁਸਾਇਟੀਜ਼ ਆ, ਬੈਕਵਰਡ ਇਨ ਸੈਂਸ ਆਪਾਂ ਕਹਾਂਗੇ ਥੋਟ ਤੋਂ, ਠੀਕ ਹੈ। ਉਹਨਾਂ ਦੀ ਸੋਚਣ ਦਾ ਤਰੀਕਾ ਹੋਰ, ਮਾਡਰਨ ਦਾ ਹੋਰ, ਉਹਨਾਂ ਦੀ ਵਿਊ ਪੁਆਇੰਟਸ ਹੋਰ। ਸੋ ਉਹ ਇੱਕ ਸਿਗਨੀਫਿਕੈਂਸ ਇੰਪੈਕਟ ਦੇ ਰਹੇ ਨੇ ਪੋਲੀਟਿਕਸ ਦੇ ਉੱਤੇ, ਠੀਕ ਹੈ। ਸੋ ਆਫਟਰ ਦ ਐਂਡ ਆਫ ਫਸਟ ਐਂਡ ਸੈਕਿੰਡ ਵਰਲਡ ਵਾਰਸ ਮੈਨੀ ਏਰੀਆ ਗੋਟ ਫਰੀਡਮ ਐਂਡ ਫਰੋਮ ਇੰਪੈਰੀਅਲਿਜ਼ਮ ਐਂਡ ਕਲੋਨੀਜ਼ਮ। ਇਸ ਦੇ ਨਾਲ ਨਿਊ ਸਟੇਟਸ ਆਈਆਂ ਅਤੇ ਜਿਹੜੇ ਟਰਡੀਸ਼ਨਲ ਸਕੋਲਰਸ ਆ ਉਹਨਾਂ ਨੇ ਪੋਲੀਟੀਕਲ ਸਿਸਟਮ ਜਿਹੜੀ ਡਿਵੈਲਪਿੰਗ ਸਟੇਟਸ ਦੇ ਉਹਨਾਂ ਦੇ ਪੜ੍ਹਨੇ ਸ਼ੁਰੂ ਕੀਤੇ, ਠੀਕ ਹੈ। ਅਤੇ ਉਹਨਾਂ ਨੇ ਕੋਈ ਰਾਈਟ ਕਨਕਲੂਜਨ ਨਹੀਂ ਦਿੱਤਾ। ਸੋ ਡੈਟਸ ਵਾਈ ਮਾਡਰਨ ਸਕੋਲਰਸ ਇਨਕਲੂਡ ਸਟੱਡੀ ਆਫ ਪੋਲੀਟੀਕਲ ਸਿਸਟਮ ਔਨ ਡਿਵੈਲਪਿੰਗ ਕੰਟਰੀਜ਼ ਆਫ ਏਸ਼ੀਆ, ਅਫਰੀਕਾ ਐਂਡ ਲੈਟਿਨ ਅਮੈਰੀਕਾ ਐਂਡ ਟਰਾਈ ਟੂ ਡਿਵੈਲਪ ਮੋਡਲਸ ਵਿਚ ਕੁਡ ਬਿਕਮ ਯੂਨੀਵਰਸਲ। ਸੋ ਇਸ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਡਿਵੈਲਪਿੰਗ ਸੁਸਾਇਟੀਜ਼ ਬਾਰੇ ਪੜ੍ਹਦੇ ਹਾਂ ਨਾ, ਸਾਨੂੰ ਇੱਥੋਂ ਇਹ ਪਤਾ ਲੱਗਦਾ ਹੈ ਕਿ ਡਿਵੈਲਪਿੰਗ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦਾ ਪੋਲੀਟੀਕਲ ਸਿਸਟਮ ਇੱਕ ਆਈਡੀਓਲੋਜੀਕਲ ਮੋਡਲ ਦੇ ਉੱਤੇ ਬੇਸਡ ਆ। ਜਿੱਦਾਂ ਸਾਡਾ ਕੌਨਸਟੀਟਿਊਸ਼ਨ ਆਫ ਇੰਡੀਆ ਦਾ ਜਿਹੜਾ ਆਪਾਂ ਉਹ ਤੋਂ ਲਈਏ, ਜਾਂ ਸਾਡਾ ਜਿਹੜਾ ਪ੍ਰੈਂਬਲ ਆ ਉਹਦੇ ਵਿੱਚ ਕਿੰਨਾ ਵਧੀਆ ਲਿਖਿਆ ਹੋਇਆ ਸਵੈਰਨਟੀ, these ਥਿੰਗਸ, ਬਟ ਐਕਚੁਅਲ 'ਚ ਉਹ ਚੀਜ਼ ਇੰਪਲੀਮੈਂਟ ਹੋ ਰਹੀ ਹੈ ਕਿ ਨਹੀਂ ਹੋ ਰਹੀ, ਡੈਟ ਡਿਪੈਂਡਸ ਅਪੋਨ ਦਾ ਗਵਰਨਮੈਂਟ ਔਨ ਦਾ ਸਿਟੀਜ਼ਨ ਆਫ ਦਾ ਇੰਡੀਆ, ਠੀਕ ਹੈ। ਸੋ ਜਦੋਂ ਆਪਾਂ ਸਾਡੀ ਇੰਡੀਆ ਜਿਹੜਾ ਡਿਵੈਲਪਿੰਗ ਕੰਟਰੀ ਹੈ, ਸੋ ਜੇ ਆਪਾਂ ਉਹਨੂੰ ਸਟੱਡੀ ਕਰੀਏ ਥਰੂ ਬੁੱਕਸ ਦੈਨ ਵਿਲ ਸੇ ਕਿ ਹਾਂ ਇਹਦਾ ਕੌਨਸਟੀਟਿਊਸ਼ਨ ਬਹੁਤ ਵਧੀਆ, ਇਹਦਾ ਮਾਡਲ ਬਹੁਤ ਵਧੀਆ, ਇਹ ਯੂਨੀਵਰਸਲੀ ਅਪਲਾਈ ਹੋਣਾ ਚਾਹੀਦਾ। ਬਟ ਗਰਾਊਂਡ ਲੈਵਲ 'ਤੇ ਇਫ ਵੀ ਸੀ ਕਿ ਉਹ ਹਜੇ ਡਿਵੈਲਪ ਹੋ ਰਿਹਾ, ਠੀਕ ਹੈ। ਸੋ ਇੰਟਰਡਿਸਪਲਿਨਰੀ ਮੈਥਡ ਆਫ ਸਟੱਡੀ। ਸੋ ਇਸ ਦੇ ਵਿੱਚ ਕੀ ਹੈ ਕਿ ਹਰ ਸਬਜੈਕਟ ਜਿਹੜਾ, ਹਰ ਇੱਕ ਚੀਜ਼ ਜਿਹੜੀ ਆ ਕੰਪੈਰੇਟਿਵ ਪੋਲੀਟਿਕਸ ਵਿੱਚ ਹਰ ਇੱਕ ਫੈਕਟਰ ਜਿਹੜਾ ਹੈ ਉਹ ਇਨਫਲੂਐਂਸ ਕਰਦਾ, ਠੀਕ ਹੈ, ਗੌਰਮੈਂਟ ਨੂੰ, ਪੋਲੀਟਿਕਸ ਨੂੰ, ਠੀਕ ਹੈ। ਸੋ ਮੇਨ ਫੋਕਸ ਮੇਰਾ ਇਹੀ ਹੋਊਗਾ, ਜਿਹੜਾ ਤੁਹਾਨੂੰ ਪੁਆਇੰਟ ਸਮਝ ਆਉਂਦਾ ਨਾ ਤੁਸੀਂ ਸਿਰਫ ਉਹੀ ਕਰੋ। ਵੈਲਿਊ ਫਰੀ ਸਟੱਡੀ। ਹੁਣ ਵੈਲਿਊ ਫਰੀ ਸਟੱਡੀ ਵਿੱਚ traditional scholars of political science are attached to special values
इस बेसिस ते वो पॉलिटिकल सिस्टम नू एग्जामिन करते हैं। पर कंपैरेटिव पॉलिटिक्स कोई भी किसी भी तरीके की स्पैशल वैल्यू नाल अटैच नहीं है, ठीक है। ਇਹਦੇ ਵਿੱਚ कोई भी नॉर्मेटिव एस्पैक्ट नहीं हैगा, ठीक है। सो इन शॉर्ट इस दे विच सानूं पता लग रहा है कि कोई भी स्पैशल ਇਹੋ ਜਿਹੀ चीज़ नहीं हैगी ਜਿਹਦੇ ਉੱਤੇ ਜਿਹਦੇ ਨਾਲ ਇਹ ਅਟੈਚ ਹੈ ਜਾਂ ਜਿਸ ਚੀਜ਼ ਨੂੰ ਇਹ ਐਨਾਲਾਈਜ਼ ਕਰਦਾ ਪਿਆ, ਠੀਕ ਹੈ, ਕੰਪੈਰੇਟਿਵ ਪੋਲੀਟਿਕਸ। सो हाँ देखो, कंपैरेटिव पॉलिटिक्स इज़ द स्टडी ऑफ पॉलिटिकल रियलिटी ते दैट इज़ वाई मॉरल वैल्यूज़ हैव नो प्लेस इन इट। सो पॉलिटिकल रियलिटी आप देखनी है, ये कोई भी वैल्यूज़ की आप इत्थे गल नहीं करांगे, आप इत्थे गल कर रहे हो पॉलिटिकल रियलिटी की कि जो एक गौरमेंट कह रही है वो राजनीति में हो रहा है, ठीक है। सो देयर आर मैनी जिदा कंपैरेटिव स्टडी ऑफ फॉर्मल स्ट्रक्चर। फॉर्मल स्ट्रक्चर विच की है कि लैगिसलेचर, एग्जीक्यूटिव, जुडिशरी, ब्यूरोक्रेसी किवें इन्फ्लुएंस करते पे आ, ठीक है। आप इन्हां दी परफॉर्मेंस नूं जज करते हैं, ठीक है। आप देखते हैं कि फॉर्मल स्ट्रक्चर जड़े आ ट्रैडिशनल वे तो मॉडर्न व्यू पॉइंट तो किवें डिफरेंस दे विच आ, ठीक है। प्रॉपर वर्किंग किवें हो रही है। सो ये चीज़ां आप लिखनी है। लाइक इफ वी टॉक अबाउट फॉर्मल स्ट्रक्चर, सेम आही चीज़ लिखनी है, इनफॉर्मल च भी आही चीज़ बारे बोलना है। सो एंड ते कॉन्क्लूजन लिखते हैं, ठीक है। एंड वट एवर पॉइंट यू लाइक, एक मिनट, वर्टिकल ते हॉरिजोंटल देख लो। ट्रेडिशनल पॉलिटिकल साइंटिस्ट लैड एम्फेसिस ऑन द कंपैरेटिव स्टडी ऑफ कॉन्स्टिट्यूशनल सिस्टम, ठीक है। तो इनू आप हॉरिजोंटल कंपैरेटिव जिहड़ा वा ट्रेडिशनल वालियां दा वा ते मॉडर्न वालियां दा वर्टिकल है, ठीक है। ये जिहड़े ट्रेडिशनल्स आ वो एम्फेसाइज करते हैं कॉन्स्टिट्यूशनल सिस्टम वा जिहड़ा डिफरेंट कंट्रीज़ आ उन्हां दे पढ़न नूं, पर जिहड़ी कंपैरेटिव पॉलिटिक्स दे जिहड़े मॉडर्न व्यूअर्स आ वो पॉलिटिकल स्ट्रक्चर डिफरेंट कंट्री दी ते इंस्टीट्यूशन नूं देखते हैं, ठीक है। सो एंड ते कॉन्क्लूजन। हुण नैक्सट आ गया स्कोप। स्कोप दे जड़े ना 14 पॉइंट्स आ। पहले मैं तुहानूं स्कोप ही समझाता, फिर ही इस गल ते आउंदी आ। स्कोप हुंदा कि किस एंड तक असी कंपैरेटिव पॉलिटिक्स नूं पढ़ रहे हैं, किस एंड तक असी उस बारे जानकारी लै रहे हैं, ठीक है। सो इस दे विच जे क्वेश्चन आएगा तो फिर आएगा राइट डाउन अबाउट स्कोप समथिंग लाइक दिस। एंड ते क्वेश्चन होना मैं तुहानूं दिखा देनी है, ठीक है, वो होएगा। सो उस दे विच 8 पॉइंट्स लिखने हैं तुसीं, जे इन केस क्वेश्चन आ गया, ठीक है। 8 मार्क्स आ गया तो फिर तो तुसीं 8 लिखोगे, नाल इंट्रोडक्शन ही उहदी लिखोगे। तो जे उस तरह तुहानूं 5 to 6 पॉइंट्स तो याद होने चाहिए। सो कंपैरेटिव स्टडी ऑफ पॉलिटिकल सिस्टम, सब तो पहला स्कोप की है कि कंपैरेटिव पॉलिटिक्स जिहड़ा वो पॉलिटिकल सिस्टम नूं एनालाइज करता है, ठीक है। ਉਹਦੇ फंक्शनिंग नूं एनालाइज करता है, ਉਹਦੇ इनपुट आउटपुट प्रोसैस, मतलब कि किवें ਜਿਹੜੇ डिमांड्स और डिसीजन बनदियां ने, ठीक है। रूल मेकिंग ਜਿਹੜੇ आ वर्ड्स है ना, आमंड ते एग्रीगेशन, पॉलिटिकल कम्यूनिकेशन, ये सारे जड़े हैं ना तुहाडा जिहड़ा फिफ्थ और आई थिंक 4th चैप्टर है पॉलिटिकल सिस्टम उसते है, ठीक है। जे तुसीं वो कीता दैन यू नो कि ਉਹਦੇ ਵਿੱਚ ਕਿਵੇਂ ਉਹ ਡਿਮਾਂਡਸ ਜਿਹੜੀਆਂ ਨੇ ਉਹ ਇਨਪੁਟ ਹੁੰਦੀਆਂ ਨੇ ਤੇ ਆਊਟਪੁੱਟ ਵਿੱਚ ਸਾਨੂੰ ਡਿਸੀਜਨਸ ਮਿਲਦੀਆਂ ਨੇ, ਠੀਕ ਹੈ। ਸੇਮ ਉਹੀ ਗੱਲ ਹੋ ਰਹੀ ਹੈ ਕਿ ਪੋਲੀਟੀਕਲ ਸਿਸਟਮ ਜਿਹੜਾ ਵਾ ਉਹ ਕੰਪੈਰੇਟਿਵ ਸਟੱਡੀ ਕੀ ਹੈ ਕਿ ਉਹ ਪ੍ਰੋਸੈਸ ਇਨਪੁਟ ਆਊਟਪੁੱਟ ਪ੍ਰੋਸੈਸ ਦੀ ਗੱਲ ਕਰ ਰਹੇ ਇੱਥੇ ਕਿ ਜਿਹੜੇ ਡਿਫਰੈਂਟ ਪੋਲੀਟੀਕਲ ਸਿਸਟਮ ਆ ਉਸ ਜਿਹੜੀ ਸਾਡੀ ਡਿਮਾਂਡਸ ਆ ਉਹਨਾਂ ਨੂੰ ਐਜ਼ ਇਨਪੁਟ ਲੈਂਦੇ ਆ ਤੇ ਆਊਟਪੁੱਟ ਵਿੱਚ ਡਿਸੀਜਨਸ ਇੰਪਲੀਮੈਂਟ ਕਰਦੇ, ਠੀਕ ਹੈ। ਸੋ कॉन्स्टिट्यूशनल सिस्टम मतलब कि असी हर एक देश के कॉन्स्टिट्यूशन के फॉर्मल तो इनफॉर्मल एस्पैक्ट्स बारे पढ़ांगे, ठीक है। तो उन्होंने की उहदे पॉइंट्स आ उन्होंने बारे जानकारी लवांगे, ठीक है। इत्थे तो सिंपल वर्डिंग लिखा है कि कंपैरेटिव पॉलिटिक्स इनू इनकलूड कर दी है। आई एम नॉट रीडिंग द बुकिश वर्डिंग, मेरा मेन फोकस है कि तुहानूं एक बारी समझ आ जाए दैन यू आर एबल टू राइट बाय योर ओन सेल्फ। एक बारी तुसीं ये लैक्चर सुनने तो बाद यू हैव टू गो थ्रू द क्वेश्चनस, ठीक है। क्वेश्चनस किवें हुण क्वेश्चनस जिते सैपरेट वीडियो नहीं, क्वेश्चन मैं इच ही कवर कर रही हूँ। तुसीं एक बारी उन्हां नूं पहला बुक तो रीड करना है, ठीक है। दैन तुसीं उन्हां नूं अपनी वर्डिंग च, क्योंकि तुसीं बुकिश भी रीड कर लिया, तुहानूं अपनी भी समझ आ गई, तुसीं दैन अटैम्प्ट करना है, ठीक है। एंड इफ़ यू आर स्टक एट एनी पॉइंट जस्ट कमेंट, ठीक है। किसी भी वीडियो दिते तुसीं कमेंट कर दो, लेटेस्ट कर दो, आई
ਡੈਫੀਨੇਟਲੀ ਰਿਸਪੌਂਡ ਵਿਦਿਨ 12 ਆਵਰਸ, ਠੀਕ ਹੈ, ਤੁਹਾਨੂੰ ਰਿਸਪੌਂਸ ਆ ਜਾਏਗਾ ਤੁਹਾਡਾ ਕੁਐਸਚਨ ਕਿਵੇਂ ਕਿੱਥੇ ਸਟਕ ਹੋ ਰਿਹਾ ਕਿ ਕੀ ਗਲਤੀ ਹੈ, ਠੀਕ ਹੈ। ਸੋ ਸਟੱਡੀ ਆਫ ਸਟਰਕਚਰਸ, ਸਟੱਡੀ ਆਫ ਸਟਰਕਚਰਸ ਕੀ ਹੈ, ਦੇਖੋ ਮੋਡਰਨ ਸਕੋਲਰਸ ਜਿਹੜੇ ਨੇ ਪੋਲੀਟੀਕਲ ਸਾਇੰਸ ਦੇ, ਉਹ ਐਮਫੈਸਿਸ ਮਤਲਬ ਕਿ ਆਪਾਂ ਕਿਵੇਂ ਕਹਿ ਸਕਦੇ ਹਾਂ, ਸਟਰੈਸ ਦੇ ਰਹੇ ਨੇ। ਸਟਰੈਸ ਉਹ ਵਾਲੀ ਸਟਰੈਸ ਨਹੀਂ ਆਪਾਂ ਕਹਿਣੀ, ਕਿ ਉਸ ਚੀਜ਼ ਉੱਤੇ ਗੱਲ ਕਰ ਰਹੇ, ਠੀਕ ਹੈ। ਉਹ ਕਿਹੜੀ ਗੱਲ ਹੈ ਹੁਣ ਇੱਥੇ, ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ। ਸਟਰਕਚਰਸ ਜਿੱਥੇ ਆ ਗਿਆ ਤੁਸੀਂ 3 ਵਰਡ ਯਾਦ ਕਰ ਲਓ, ਜਿੱਥੇ ਪੋਲੀਟੀਕਲ ਸਟਰਕਚਰ ਦੀ ਗੱਲ ਆ ਗਈ, ਠੀਕ ਹੈ, ਫਾਰਮਲ ਸਟਰਕਚਰਸ ਦੀ ਗੱਲ ਆ ਗਈ, ਉੱਥੇ ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ, ਠੀਕ ਹੈ। ਇਹਨਾਂ ਬਾਰੇ ਤੁਸੀਂ ਦੱਸਣਾ ਹੈ, ਠੀਕ ਹੈ। ਸੋ ਕੰਪੈਰੇਟਿਵ ਪੋਲੀਟਿਕਸ ਦੇ ਵਿੱਚ ਇਹਦਾ ਕੀ ਮਤਲਬ, ਕੀ ਰੋਲ ਹੈ, ਦੇਖੋ ਇਹਦੇ ਵਿੱਚ ਅਸੀਂ ਕੀ ਦੇਖਦੇ ਹਾਂ, ਜਿਹੜੀ ਡਿਸੀਜ਼ਨ ਪਾਰਲੀਮੈਂਟ ਵੱਲੋਂ ਆਉਂਦੀਆਂ ਨੇ, ਠੀਕ ਹੈ, ਲੈਜਿਸਲੇਚਰ ਵੱਲੋਂ ਆਉਂਦੀਆਂ, ਉਹ ਐਗਜ਼ੀਕਿਊਟਿਵ ਬੋਡੀ ਕਿਵੇਂ ਐਗਜ਼ੀਕਿਊਟ ਕਰਦੀ ਹੈ, ਅਤੇ ਜੇ ਵੋਲੀਟੇਸ਼ਨ ਹੁੰਦੀ ਹੈ ਤਾਂ ਜੁਡੀਸ਼ਰੀ ਕਿਵੇਂ ਹੈਂਡਲ ਕਰਦੀ ਹੈ, ਠੀਕ ਹੈ। ਹੁਣ ਤਾਂ ਨਹੀਂ ਸਮਝ ਆਈ ਹੋਣੀ। ਦੇਖੋ ਮੈਂ ਪਾਰਲੀਮੈਂਟ ਨੂੰ ਕੋਈ ਰਿਕੁਐਸਟ ਕੀਤੀ ਕਿ ਇਸ ਰਿਗਾਰਡਿੰਗ ਲਾਅ ਬਣਾਇਆ ਜਾਵੇ, ਠੀਕ ਹੈ। ਜਿਵੇਂ ਹੁਣ ਲਾਅ ਬਣਾਇਆ ਉਹਨਾਂ ਨੇ, ਪੇਪਰ ਲੀਕਸ ਦਿੱਤੇ, ਠੀਕ ਹੈ। ਹੁਣ ਉਹ ਲਾਅ ਜਿਹੜਾ ਵਾ ਨੈਕਸਟ ਜਿਹੜੀ ਐਗਜ਼ੀਕਿਊਟਿਵ ਬੋਡੀ ਆ ਉਹਨੇ ਐਗਜ਼ੀਕਿਊਟ ਕਰਤਾ, ਮਤਲਬ ਇੰਪਲੀਮੈਂਟ ਕਰਤਾ ਕਿ ਆਹ ਲਾਅ ਹੁਣ ਲਾਗੂ ਹੋ ਚੁੱਕਿਆ। ਕੋਈ ਵੀ ਉਸ ਲਾਅ ਨੂੰ ਵਾਇਲੇਟ ਕਰਦਾ ਮਤਲਬ ਉਸ ਦੇ ਅਗੇਂਸਟ ਜਾਂਦਾ, ਠੀਕ ਹੈ। ਹੁਣ ਜੁਡੀਸ਼ਰੀ ਜਾਣੀ ਕਿ ਸਾਡੀ ਜਿਹੜੀ ਕੋਰਟ ਸਿਸਟਮ ਆ ਉਹ ਉਸ ਨੂੰ ਪਨਿਸ਼ ਕਰਦੀ ਹੈ, ਠੀਕ ਹੈ, ਇਸ ਦੀ ਗੱਲ ਹੋ ਰਹੀ ਹੈ। ਨੈਕਸਟ ਕਲਚਰ, ਪੋਲੀਟੀਕਲ ਕਲਚਰ ਦਾ ਵੀ ਜਦੋਂ ਤੁਸੀਂ ਚੈਪਟਰ ਪੜ੍ਹਨਾ ਨਾ, ਤੁਸੀਂ ਉਸ ਦੇ ਵਿੱਚੋਂ ਇਹਦੇ ਉੱਤੇ ਵਰਡ ਲਿਖ ਦੇਣੇ ਆ ਕਿ ਪੋਲੀਟੀਕਲ ਕਲਚਰ ਕਿਵੇਂ ਇਨਫਲੂਐਂਸ ਕਰਦਾ ਹੈ। ਸੋਸ਼ਲਾਈਜੇਸ਼ਨ ਵਿੱਚ ਵੀ ਤੁਸੀਂ ਸੇਮ ਹੀ ਲਿਖ ਦੇਣਾ ਕਿ ਕਿਵੇਂ ਡਿਫਰੈਂਟ ਵਿਊ ਪੁਆਇੰਟਸ ਕਰਦੇ ਆ। ਸੋ ਆਈ ਐਮ ਨਾਟ ਐਕਸਪਲੇਨਿੰਗ ਓਵਰ ਹੇਅਰ, ਤੁਸੀਂ ਇੱਥੇ ਕਨਫਿਊਜ਼ ਹੋਏ ਨਾ, ਵਾਈਡਰ ਕੰਸੈਪਟ ਹੋ ਜਾਂਦਾ ਨਾ, ਠੀਕ ਹੈ। ਸੋ ਪੋਲੀਟੀਕਲ ਆਈਡੀਓਲੋਜੀਜ਼ ਮਤਲਬ ਕਿਵੇਂ ਆਪਾਂ ਕਹੀਏ, ਆਈਡਲ ਬੋਲਦੇ ਨਾ ਆਪਾਂ, ਉਹ ਉੱਦਾਂ ਹੀ ਜਿੱਦਾਂ ਡਿਫਰੈਂਟ ਪਰਸਨ ਦੀ ਡਿਫਰੈਂਟ ਆਈਡੀਓਲੋਜੀ ਹੁੰਦੀ ਹੈ। ਆਈਡੀਓਲੋਜੀ ਡਿਫਰੈਂਟ ਸਕੋਲਰ ਦੀ ਹੋਊਗੀ। ਜੇ ਮੈਂ ਕਿਸੇ ਵੀ ਪਰਸਨ ਦਾ ਨਾਮ ਲਵਾਂ, ਵੈਲ ਨੋਨ ਥਿੰਕਰ ਦਾ ਨਾਮ ਲਵਾਂ, ਜਿੱਦਾਂ ਮੈਂ ਰੋਬਰਟ ਏ ਦਾਲ ਦੀ ਗੱਲ ਕਰਾਂ, ਠੀਕ ਹੈ, ਉਹਨਾਂ ਦੀ ਆਪਣੀ ਆਈਡੀਓਲੋਜੀ ਆ ਪੋਲੀਟੀਕਲ ਸਿਸਟਮ ਦੇ ਵਿੱਚ, ਪੋਲੀਟੀਕਲ ਸਾਇੰਸ ਦੇ ਰਿਗਾਰਡਿੰਗ। ਉੱਥੇ ਆਮਨ ਦੀ ਆਪਣੀ ਆਈਡੀਓਲੋਜੀ ਆ। ਹੁਣ ਇਹਦੇ ਵਿੱਚ ਅਸੀਂ ਕੰਪੈਰੇਟਿਵ ਪੋਲੀਟਿਕਸ ਅਤੇ ਆਈਡੀਓਲੋਜੀ ਦੀ ਵੀ ਗੱਲ ਕਰਦੇ ਕਿ ਕਿਵੇਂ ਡਿਫਰੈਂਟ ਆਈਡੀਓਲੋਜੀ ਜਿਹੜੀ ਆ ਉਹ ਇਫੈਕਟ ਕਰਦੀ ਹੈ। ਦੇਖੋ ਹਰ ਪੋਲੀਟੀਕਲ ਸਿਸਟਮ ਇੱਕ ਆਈਡੀਓਲੋਜੀ 'ਤੇ ਬੇਸਡ ਹੋਊਗਾ, ਠੀਕ ਹੈ। ਸੋ ਉਹ ਆਈਡੀਓਲੋਜੀ ਜਿਹੜੀ ਆ, ਠੀਕ ਆ, ਪੋਲੀਟੀਕਲ ਸਿਸਟਮ ਆਫ ਐਵਰੀ ਕੰਟਰੀਜ਼ ਡਿਟਰਮਾਈਨ ਕੀਪਿੰਗ ਇਨ ਵਿਊ ਦਾ ਆਈਡੀਓਲੋਜੀ। ਹੁਣ ਸਾਡੀ ਆਈਡੀਓਲੋਜੀ ਕੀ ਆ, ਜਿੱਦਾਂ ਆਪਾਂ ਐਗਜ਼ਾਮਪਲ ਲਈਏ, ਅਸੀਂ ਸਵੈਰਨਟੀ 'ਚ ਬਿਲੀਵ ਰੱਖਦੇ ਹਾਂ, ਅਸੀਂ ਰਿਪਬਲਿਕ ਵਾਲਾ ਵਰਡ ਜਿਹੜਾ ਯੂਜ਼ ਕਰਦੇ ਹਾਂ ਕਿ ਸੁਤੰਤਰਤਾ ਦੇ ਬਿਲੀਵ ਰੱਖਦੇ ਆ, ਇਹ ਸਾਡੀ ਆਈਡੀਓਲੋਜੀਜ਼ ਨੇ, ਠੀਕ ਹੈ। ਸੋ ਹੁਣ ਇਹਦੇ ਵਿੱਚ ਕੀ ਦੇਖਣਾ ਕਿ ਪੋਲੀਟੀਕਲ ਸਿਸਟਮ ਜਿਹੜੀਆਂ ਆਈਡੀਓਲੋਜੀਜ਼ ਹੁੰਦੀਆਂ ਨੇ, ਜਿੱਦਾਂ ਹੁਣ ਇੱਥੇ ਲਿਖਿਆ ਟੋਟਲੀਅਨ ਐਂਡ ਲਿਬਰਲ ਆਈਡੀਓਲੋਜੀਜ਼, ਠੀਕ ਹੈ। ਸੋ ਇਸ ਦੇ ਫੇਵਰ ਵਿੱਚ ਹੈ ਕਿ ਨਹੀਂ। ਸੋ ਨੈਕਸਟ ਆ ਗਿਆ ਪੋਲੀਟੀਕਲ ਪਾਰਟੀਸੀਪੇਸ਼ਨ। ਪੋਲੀਟੀਕਲ ਪਾਰਟੀਸੀਪੇਸ਼ਨ ਇੱਕ ਯੂਨੀਵਰਸਲ ਫੈਕਟ ਆ। ਦੇਖੋ ਜਿੱਦਾਂ ਆਪਾਂ ਪੜ੍ਹਿਆ ਸੀ ਕਿ ਗਰਾਊਂਡ ਲੈਵਲ 'ਤੇ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ, ਸਾਨੂੰ ਪਤਾ ਲੱਗਦਾ ਕਿ ਮੈਨੀ ਪਰਸਨਸ ਆਰ ਦੇਅਰ ਹੂ ਆਰ ਨਾਟ ਪਾਰਟੀਸੀਪੇਟਿੰਗ in the voting system that is influencing the government working of the government। ਸੋ ਇਸ ਚੀਜ਼ ਦੀ ਅਸੀਂ ਗੱਲ ਕਰਨੀ ਹੈ ਕਿ ਜਿਹੜੀ ਪੋਲੀਟੀਕਲ ਪਾਰਟੀਸੀਪੇਸ਼ਨ ਆ ਉਹ ਕਿਸ ਲੈਵਲ 'ਤੇ ਇਨਫਲੂਐਂਸ ਕਰਦੀ ਹੈ। ਪੋਲੀਟੀਕਲ ਗਰੁੱਪਸ ਜਿਹੜੇ ਨੇ ਕਿਵੇਂ ਇਨਫਲੂਐਂਸ ਕਰਦੇ ਨੇ, ਪੋਲੀਟੀਕਲ ਪਾਰਟੀਜ਼ ਕਿਵੇਂ ਇਨਫਲੂਐਂਸ ਕਰਦੀਆਂ ਨੇ, ਉਹਨਾਂ ਦੀ ਪਬਲਿਕ ਮੀਟਿੰਗ, ਉਹਨਾਂ ਦੇ ਸਿੰਬਲਸ, ਉਹਨਾਂ ਦੀ ਡੈਮੋਸਟ੍ਰੇਸ਼ਨਸ ਕਿਵੇਂ ਗੌਰਮੈਂਟ ਨੂੰ ਇਨਫਲੂਐਂਸ ਕਰਦੀ ਹੈ। ਅਤੇ ਜਿਹੜੀ ਪੋਲੀਟੀਕਲ ਪਾਰਟੀ ਨਹੀਂ ਬਣੀ ਪਾਰਟੀ, ਠੀਕ ਹੈ, ਉਹ ਕਿਵੇਂ ਗੌਰਮੈਂਟ ਨੂੰ ਕ੍ਰਿਟੀਸਾਈਜ਼ ਕਰਦੀ ਹੈ, ਉਸ ਚੀਜ਼ ਬਾਰੇ ਹੈ, ਠੀਕ ਹੈ। ਮੈਂ ਬੇਸਿਕ ਲੈਂਗੁਏਜ ਬੋਲ ਰਹੀ ਬਿਕੋਜ਼ ਇਫ ਆਈ ਕਮ ਓਵਰ ਹੇਅਰ ਯੂ ਵਿਲ ਗੈਟ ਕਨਫਿਊਜ਼, ਠੀਕ ਹੈ। ਸੋ ਦੈਟਸ ਵਾਈ ਬੋਲਿਆ ਕਿ ਕਰੀ ਤੁਸੀਂ ਚੈਪਟਰ ਨੂੰ ਥੋਰਲੀ ਰੀਡ ਆਊਟ ਕਰਨਾ ਹੈ। ਸਟੱਡੀ ਆਫ ਪਾਵਰ, ਇਨਫਲੂਐਂਸ ਐਂਡ ਅਥੋਰਿਟੀ। ਸੋ political scientists lay special emphasis on power, influence, authority because these are the concepts which distinguish political system from other। so power, influence ਤੇ authority। power ਦੇਖੋ political system ਜਿਹੜਾ word ਹੈ ਨਾ, ਉਹਦੀਆਂ definitions ਕਹਿ ਲਓ power ਤੇ authority ਹੈ, ਠੀਕ ਹੈ। ਸੋ ਜਿਹੜੀ ਪਾਵਰ ਗੌਰਮੈਂਟ ਪਾਵਰ, ਅਥੋਰਿਟੀ ਗੌਰਮੈਂਟ ਅਥੋਰਿਟੀ ਕਿਵੇਂ ਇਨਫਲੂਐਂਸ ਕਰਦੀ ਪਈ ਹੈ, ਠੀਕ ਹੈ, ਉਹ ਦੇਖਣਾ ਹੈ। ਨੈਕਸਟ ਅਲਾਈਡਸ, ਪੋਲੀਟੀਕਲ ਵਾਇਲੈਂਸ, ਕਰਪਸ਼ਨ, ਇਹ ਵੀ ਸੇਮ ਗੱਲ ਹੈ, ਜਿਹੜੇ ਵਰਡਸ ਹੈ ਕਿਵੇਂ ਇਨਫਲੂਐਂਸ ਕਰਦੇ ਪਏ ਹੈ, ਠੀਕ ਹੈ। ਦਿਸ ਇਜ਼ ਮਚ ਲੌਂਗਰ
then required, no need to do this. Political processes यानी कि किमें इनपुट आउटपुट processes वर्क करते हैं सारे आ गिवन डिसीजन मेकिंग लॉ मेकिंग जुडिशियल इन्हों लेके सिंपल लिख देना कि एम्फसाइज ऑन द वर्किंग ऑफ दीज पॉलिटिकल प्रोसैसेस ठीक है। बैलेंस ऑफ पावर कॉम्पिटिटिंग स्टेट्स विच देखो इफ देयर आर टू डिवेलपिंग स्टेट्स देयर विल बी कॉम्पटिशन ठीक है कि वो डिवेलप स्टेट तक मैच हो जाए। सो इस कॉम्पटिशन दे विच पीस बैलेंस ऑफ पावर मेनटेन करना ठीक है उस दे रिगार्डिंग आप स्टडी की है। सो मॉडर्नाइजेशन एंड अर्बनाइजेशन सो इस दे विच आपां गल करिए सो लैस डिवेलप कंट्रीज़ जानी कि जिहड़ी डिवेलपिंग कंट्रीज़ आ उन्हां दे रिगार्डिंग आ ठीक है कि उन्हां दे जिहड़े इशू आ कि किवें एजुकेशन उन्हां दे सिटीजनस दे उत्ते इन्फ्लुएंस कर रही है ते जिहड़े रिलीजियस चेंजिस आ वो कि रिलीजियस चेंजिस इन वे कि किवें लोग पॉलिटिक्स नूं रिलीजन तो दूर रख रही है दूर इन सेंस कि they are not making decision on the basis of religion on the basis of communities ठीक है। नेक्स्ट ब्यूरोक्रेसी मीनस कि वो किवें इफेक्ट कर रही है ब्यूरोक्रैट्स किवें इफेक्ट करते पे है ठीक है। सो द फैक्टर रिस्पॉन्सिबल ऑफ दिस आर इग्नोरेंस पॉवर्टी लैक ऑफ पार्टी सिस्टम सो इत्थे रोल ऑफ ब्यूरोक्रेसी की गल की हुई है कि ब्यूरोक्रेसी का रोल किवें इफेक्ट करता पाया देखो ਇਹਦੇ ਵਿੱਚ ਆਪਾਂ ਬਿਊਰੋਕਰੈਟਸ ਦੀ ਗੱਲ ਕਰਾਂਗੇ ਕਿਵੇਂ ਬਿਊਰੋਕ੍ਰੇਸੀ ਜਿਹੜੀ ਹੈ ਵਰਕਿੰਗ ਆਫ ਗਵਰਨਮੈਂਟ ਨੂੰ ਹੈਲਪ ਕਰਦੀ ਹੈ ਠੀਕ ਹੈ। ਬਿਊਰੋਕ੍ਰੇਸੀ ਨੂੰ ਐਡਮਿਨਿਸਟ੍ਰੇਸ਼ਨ ਦਾ ਬੈਕਬੋਨ ਬੋਲਦੇ ਆ ਠੀਕ ਹੈ ਕਿਉਂ ਬੋਲਦੇ ਆ ਕਿਉਂਕਿ ਬਿਊਰੋਕ੍ਰੇਸੀ ਗਵਰਨਮੈਂਟ ਵਰਕਿੰਗ ਨੂੰ ਬਹੁਤ ਹੈਲਪ ਕਰਦੀ ਹੈ। ਨੈਕਸਟ ਸਟੱਡੀ ਆਫ ਪੋਲੀਟੀਕਲ ਐਕਟੀਵਿਟੀਜ਼ ਤੇ ਨੈਕਸਟ ਆ ਗਿਆ ਕਨਕਲੂਜਨ ਪੋਲੀਟੀਕਲ ਐਕਟੀਵਿਟੀਜ਼ ਵਿੱਚ ਕਿਵੇਂ ਪੋਲੀਟੀਕਲ एक्टिविटी इफेक्ट करती ने उस दी गल हो रही है। कॉन्क्लूजन में वट एवर यू थिंक यू हैव टू राइट दैट डोंट कॉपी दीज वर्डिंग्स ठीक है। नैक्सट क्वेश्चन आ गए कंपैरेटिव पॉलिटिक्स तो की मीनिंग है आई हैव एक्सप्लेन वेरी ब्रीफली स्टार्टिंग विच कि कंपैरेटिव पॉलिटिक्स की है असी इस दे विच उसे दी गल करनी है तो नेचर विच सो कंपैरेटिव पॉलिटिक्स के नेचर में तुसी स्कोप या करैक्टरिस्टिक्स लिखते हो ठीक है करैक्टरिस्टिक्स होंदियां नेचर में ठीक है तो स्कोप यू नो तो कंपैरेटिव पॉलिटिक्स का हर मैं तुहानूं बोलिया इस चैप्टर च क्वेश्चन आना है जे आया तो वट डू यू मीन बाय सो वो तुहानूं मैं दसदा तो नेचर तो स्कोप भी आपां इत्थे कर चुके हैं। सो जिहड़े ये 14 पॉइंट्स आ वो तुहाडा स्कोप है आज जिहड़े नैक्सट आ वाले पॉइंट्स आ करैक्टरिस्टिक्स वाले ये तुहाडा नेचर है ठीक है एंड दीज आर द डेफिनेशंस एंड मीनिंग। सो दिस वाज योर चैप्टर I hope you all can understand about it. If you have any doubt regarding the questions regarding any word comment below I'll answer within 12 hours. So for further videos stay tuned, please do subscribe, like and share. Thank you.